ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਮੇਰਾ ਨਾਂ ਸ਼ੀਤਲ ਹੈ। ਮੈਂ ਆਪਣੇ ਪਰਿਵਾਰ ਦੀ ਸਭ ਤੋਂ ਮੂੰਹ ਫਟ ਤੇ ਚੁਲਬੁਲੀ ਲੜਕੀ ਹਾਂ। ਮੈਨੂੰ ਮਸਤੀ ਮਜ਼ਾਕ ਬਹੁਤ ਕਰਨਾ ਪਸੰਦ ਸੀ। ਮੈਂ ਆਪਣੀਆਂ ਸ਼ਰਾਰਤਾਂ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਸੀ। ਅਸੀਂ ਪਿੰਡ ਦੇ ਰਹਿਣ ਵਾਲੇ ਸਿੱਧੇ ਸਾਦੇ ਲੋਕ ਸੀ। ਮੇਰੇ ਪਰਿਵਾਰ 'ਚ ਮੈਨੂੰ ਛੱਡ ਕੇ ਸਾਰੇ ਬਹੁਤ ਸਿੱਧੇ ਹਨ। ਸਾਡੇ ਘਰ 'ਚ 4 ਮੱਝਾਂ ਸਨ ਤੇ ਪਿਤਾ ਜੀ ਦੁੱਧ ਵੇਚਦੇ ਸਨ। ਦੁੱਧ ਲੈਣ ਲਈ ਸਾਡੇ ਘਰ ਇੱਕ ਔਰਤ ਵੱਡੀ ਸਾਰੀ ਕੈਨੀ ਲੈ ਕੇ ਦੁੱਧ ਲੈਣ ਆਉਂਦੀ ਸੀ। ਉਸ ਨੂੰ ਅਸੀਂ ਸਾਰੇ ਵੱਡੀ ਅੰਮਾ ਕਹਿ ਕੇ ਬੁਲਾਉਂਦੇ ਸੀ। ਵੱਡੀ ਅੰਮਾ ਨਾਲ ਸਾਡੀ ਸਾਰਿਆਂ ਦੀ ਬਹੁਤ ਚੰਗੀ ਜਾਣ ਪਹਿਚਾਣ ਹੋ ਗਈ ਸੀ। ਅਕਸਰ ਉਹ ਸਾਡੇ ਲਈ ਖਾਣ ਪੀਣ ਦੀਆਂ ਚੀਜ਼ਾਂ ਲਿਆਉਂਦੀ ਸੀ। ਵੱਡੀ ਅੰਮਾ ਦਾ ਇਸ ਦੁਨੀਆ 'ਚ ਆਪਣਾ ਕੋਈ ਵੀ ਨਹੀਂ ਸੀ, ਇਸ ਲਈ ਮੇਰੀ ਮਾਂ ਉਹਨਾਂ ਨੂੰ ਮੁਫਤ 'ਚ ਦੁੱਧ ਦਿੰਦੀ ਸੀ। ਸਿਰਫ ਸਾਡਾ ਘਰ ਹੀ ਨਹੀਂ, ਸਗੋਂ ਹਫ਼ਤੇ 'ਚ ਇੱਕ ਦਿਨ ਸਾਰਿਆਂ ਦੇ ਘਰ ਜ਼ਰੂਰ ਜਾਂਦੀ ਸੀ ਤੇ ਉੱਥੇ ਕੁਝ ਨਾ ਕੁਝ ਜ਼ਰੂਰ ਲੈਂਦੀ ਸੀ, ਜਾਂ ਘਰ ਵਾਲੇ ਖੁਦ ਹੀ ਉਹਨਾਂ ਨੂੰ ਆਪਣੀ ਖੁਸ਼ੀ ਨਾਲ ਕੁਝ ਵੀ ਦੇ ਦਿੰਦੇ ਸਨ। ਜਿਨ੍ਹਾਂ ਘਰਾਂ 'ਚੋਂ ਜਾਂਦੀ ਸੀ ਉੱਥੇ ਮਸ਼ਹੂਰ ਸੀ ਕਿ ਵੱਡੀ ਅੰਮਾ ਦੇ ਹੱਥਾਂ 'ਚ ਬਹੁਤ ਬਰਕਤ ਹੈ। ਜਿਸ ਘਰੋਂ ਵੀ ਕੋਈ ਚੀਜ਼ ਲੈ ਕੇ ਜਾਂਦੀ ਹੈ ਉਸ ਘਰੋਂ ਬਰਕਤ ਕਦੇ ਖਤਮ ਨਹੀਂ ਹੁੰਦੀ। ਮੈਂ ਉਸ ਸਮੇਂ ਬੱਚੀ ਸੀ। ਜਦੋਂ ਵੱਡੀ ਅੰਮਾ ਸਾਡੇ ਘਰ ਆਉਂਦੀ ਸੀ ਤਾਂ ਮੈਂ ਉਹਨਾਂ ਦੇ ਮੋਢਿਆਂ ਨਾਲ ਚਿਪਕ ਕੇ ਸ਼ਰਾਰਤਾਂ ਕਰਨ ਲੱਗਦੀ ਸੀ ਤੇ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਅਸੀਂ ਸਾਰੇ ਬੱਚੇ ਬੁੱਢੀ ਅੰਮਾ ਦੇ ਪਿੱਛੇ ਕਿਸੇ ਬਰਾਤ ਵਾਂਗ ਲੱਗੇ ਰਹਿੰਦੇ ਸੀ। ਉਹ ਜਿੱਥੇ ਜਾਂਦੀ ਅਸੀਂ ਉਸਦੇ ਨਾਲ ਜਾਂਦੇ ਸੀ। ਮੈਨੂੰ ਲੋਕਾਂ ਦੀ ਇਹ ਗੱਲ ਅਕਸਰ ਝੂਠ ਲੱਗਦੀ ਸੀ ਕਿ ਅੰਮਾ ਜੋ ਚੀਜ਼ ਲੈ ਕੇ ਜਾਂਦੀ ਹੈ ਉਸ ਨਾਲ ਉਸ ਘਰ ਦਾ ਬਰਕਤ ਆ ਜਾਂਦੀ ਹੈ, ਕਿਉਂਕਿ ਹਰ ਮੰਗਲਵਾਰ ਨੂੰ ਜਦੋਂ ਸਾਡੇ ਘਰੋਂ ਦੁੱਧ ਲੈ ਕੇ ਜਾਂਦੀ ਸੀ ਤਾਂ ਸਾਨੂੰ ਦੁੱਧ ਦੀ ਕਮੀ ਹੋ ਜਾਂਦੀ ਸੀ। ਕਈ ਵਾਰ ਤਾਂ ਸਾਡਾ ਦੁੱਧ ਬਿੱਲੀ ਪੀ ਜਾਂਦੀ ਸੀ, ਜਾਂ ਜਿਸ ਮੱਝ ਦਾ ਦੁੱਧ ਉਹ ਲੈ ਕੇ ਜਾਂਦੀ ਸੀ ਉਹ ਬਿਮਾਰ ਹੋ ਜਾਂਦੀ ਸੀ, ਜਾਂ ਫਿਰ ਦੁੱਧ ਡੁੱਲ ਜਾਂਦਾ ਸੀ। ਜੇਕਰ ਇਹ ਸਭ ਨਾ ਹੁੰਦਾ ਤਾਂ ਦੁੱਧ ਖਰਾਬ ਹੋ ਜਾਂਦਾ, ਪਰ ਅਜਿਹਾ ਹਰ ਵਾਰ ਨਹੀਂ ਸੀ, ਸਗੋਂ ਕਦੇ-ਕਦੇ ਹੋ ਜਾਂਦਾ ਸੀ। ਮੇਰੀ ਮਾਂ ਬਹੁਤ ਸਿੱਧੀ ਸੀ। ਉਹਨਾਂ ਨੇ ਕਦੇ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੱਤਾ ਸੀ। ਮੈਂ ਅਕਸਰ ਮਾਂ ਦਾ ਧਿਆਨ ਇਹਨਾਂ ਗੱਲਾਂ ਵੱਲ ਦਿਵਾਉਂਦੀ ਸੀ ਤੇ ਉਹ ਮੈਨੂੰ ਕਹਿੰਦੇ ਕਿ ਸ਼ੀਤਲ ਬੇਟਾ, ਕਦੇ ਵੀ ਇਨਸਾਨ ਦੀ ਬੁਰਾਈ ਨਹੀਂ ਕਰਦੇ। ਤੂੰ ਇਹ ਦੇਖ ਕੇ ਜਦੋਂ ਅੰਮਾ ਦੁੱਧ ਲੈ ਕੇ ਨਹੀਂ ਜਾਂਦੀ ਤਦ ਵੀ ਤਾਂ ਦੁੱਧ ਖਰਾਬ ਹੋ ਜਾਂਦਾ ਹੈ। ਇਹ ਮੱਝ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਤਾਂ ਬਿਮਾਰ ਹੋ ਜਾਂਦੀ ਹੈ ਤੇ ਕੱਲ ਰਾਤ ਹੀ ਤੁਹਾਡੀ ਲਾਪਰਵਾਹੀ ਕਰਕੇ ਬਿੱਲੀ ਸਾਰਾ ਦੁੱਧ ਪੀ ਗਈ। ਹੁਣ ਕੀ ਇਸ ਦਾ ਦੋਸ਼ ਵੀ ਤੂੰ ਵੱਡੀ ਅੰਮਾ ਨੂੰ ਦੇਂਗੀ? ਮਾਂ ਦੀਆਂ ਗੱਲਾਂ ਤੇ ਮੈਂ ਚੁੱਪ ਹੋ ਜਾਂਦੀ ਸੀ, ਪਰ ਮੈਂ ਆਪਣਾ ਕੀ ਕਰਦੀ, ਜਿਸ ਨੂੰ ਵਾਰ-ਵਾਰ ਅਜਿਹੀ ਹੀ ਲੱਗਦਾ ਸੀ, ਜਦੋਂ ਕਿ ਮੇਰੀ ਵੱਡੀ ਅੰਮਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਤਾਂ ਵਿਚਾਰੀ ਸਗੋਂ ਮੇਰੀ ਬਹੁਤ ਸੁਲਾਤਾ ਕਰਦੀ ਸੀ ਤੇ ਮੈਨੂੰ ਚੀਜ਼ ਖਾਣ ਲਈ ਪੈਸੇ ਵੀ ਦਿੰਦੀ ਸੀ। ਖੈਰ, ਇਸ ਤਰ੍ਹਾਂ ਹੀ ਦੇਖਦੇ ਮੈਂ ਵੱਡੀ ਹੋ ਗਈ। ਹੁਣ ਮੇਰੀ ਉਮਰ 18 ਸਾਲ ਹੋ ਗਈ ਸੀ। ਹੁਣ ਮੈਂ ਇਸ ਗੱਲ ਨੂੰ ਬਿਲਕੁਲ ਭੁੱਲ ਚੁੱਕੀ ਸੀ ਕਿ ਵੱਡੀ ਅੰਮਾ ਕਰਕੇ ਕੁਝ ਹੁੰਦਾ ਹੈ, ਪਰ ਮੇਰੀ ਉਮਰ ਦੇ ਇਸ ਵਾਧੇ ਨੇ ਮੇਰੇ ਸਾਹਮਣੇ ਇੱਕ ਨਵਾਂ ਮਸਲਾ ਕੱਢ ਕੇ ਰੱਖ ਦਿੱਤਾ। ਮੈਂ 18 ਸਾਲ ਦੀ ਸੀ ਕਿ ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝ ਲਈ ਸੀ ਕਿ ਸਾਡੇ ਘਰ 'ਚ ਬਹੁਤ ਸਾਫ਼ ਸਫਾਈ ਰਹਿੰਦੀ ਹੈ। ਸਾਰੇ ਰੋਜ਼ਾਨਾ ਨਹਾਉਂਦੇ ਹਨ, ਪਰ ਵੱਡੀ ਅੰਮਾ ਬਹੁਤ ਗੰਦੀ ਰਹਿੰਦੀ ਸੀ। ਉਹਨਾਂ ਦੇ ਸਰੀਰ 'ਚੋਂ ਬਦਬੂ ਵੀ ਆਉਂਦੀ ਸੀ। ਮੈਂ ਮਾਂ ਨੂੰ ਵੱਡੀ ਅੰਮਾ ਦੀ ਗੰਦਗੀ ਵੱਲ ਧਿਆਨ ਦੇਣ ਨੂੰ ਕਿਹਾ। ਮਾਂ ਨੇ ਤਾਂ ਮੈਨੂੰ ਫਿਰ ਤੋਂ ਇਸ ਤਰ੍ਹਾਂ ਹੀ ਝਿੜਕਿਆ ਤੇ ਕਹਿਣ ਲੱਗੀ ਕਿ ਉਹ ਸਾਫ਼ ਸਫਾਈ ਕਰਨ ਜਾਂ ਨਾ ਕਰਨ, ਤੈਨੂੰ ਕੀ ਹੁੰਦਾ ਹੈ? ਤੂੰ ਬਿਨਾਂ ਵਜ੍ਹਾ ਹਰ ਮਾਮਲੇ 'ਚ ਆਪਣੀ ਲੱਤ ਨਾ ਅੜਾਇਆ ਕਰ। ਮਾਂ ਦੀ ਝਿੜਕ ਕਰਕੇ ਮੈਂ ਇਸ ਗੱਲ ਨੂੰ ਵੀ ਭੁੱਲ ਗਈ। ਪਰ ਇੱਕ ਹਫ਼ਤੇ ਤੱਕ ਵੱਡੀ ਅੰਮਾ ਨਾ ਆਈ। ਮੈਨੂੰ ਬਹੁਤ ਅਚੰਭੀ ਜਿਹੀ ਲੱਗ ਗਈ ਕਿ ਭਲਾ ਅਜਿਹੀ ਕੀ ਗੱਲ ਹੋ ਗਈ ਕਿ ਵੱਡੀ ਅੰਮਾ ਦੁੱਧ ਲੈਣ ਨਹੀਂ ਆਈ। ਮੈਂ ਰੋਜ਼ ਮਾਂ ਨੂੰ ਕਹਿੰਦੀ ਕਿ ਵੱਡੀ ਅੰਮਾ ਨਹੀਂ ਆਉਂਦੀ, ਹੁਣ ਕੀ ਹੋ ਗਿਆ ਉਹਨਾਂ ਨੂੰ, ਕਿਉਂਕਿ ਅਸੀਂ ਕਦੇ ਅਜਿਹਾ ਨਹੀਂ ਦੇਖਿਆ ਸੀ ਕਿ ਉਹ ਸਾਡੇ ਘਰ ਨਾ ਆਈ ਹੋਵੇ ਜਾਂ ਉਹਨਾਂ ਨੇ ਕਿਸੇ ਵੀ ਦਿਨ ਛੁੱਟੀ ਕੀਤੀ ਹੋਵੇ। ਪਰ ਫਿਰ ਉਹ ਪੂਰੇ 1 ਮਹੀਨੇ ਤੱਕ ਕਿਉਂ ਨਾ ਆਈ? ਮਾਂ ਵੀ ਪਰੇਸ਼ਾਨ ਹੋ ਗਈ ਕਿ ਆਖਰ ਵੱਡੀ ਅੰਮਾ ਨੂੰ ਕੀ ਹੋ ਗਿਆ। ਪਤਾ ਨਹੀਂ ਵਿਚਾਰੀ ਤੇ ਕਿਹੜੀ ਮੁਸੀਬਤ ਆ ਗਈ ਹੈ, ਕਿਤੇ ਉਹ ਮਰ ਤਾਂ ਨਹੀਂ ਗਈ। ਇਸ ਗੱਲ ਤੇ ਤਾਂ ਮੈਨੂੰ ਵੀ ਦੁੱਖ ਹੋਇਆ ਸੀ। ਵੱਡੀ ਅੰਮਾ ਤਾਂ ਬਹੁਤ ਚੰਗੀ ਔਰਤ ਸੀ। ਪਤਾ ਨਹੀਂ ਉਹਨਾਂ ਨਾਲ ਕੀ ਹੋ ਰਿਹਾ ਹੋਵੇਗਾ ਜੋ ਉਹ ਇੱਥੇ ਨਹੀਂ ਆ ਰਹੀ। ਸਾਨੂੰ ਤਾਂ ਉਹਨਾਂ ਦੇ ਘਰ ਬਾਰੇ ਵੀ ਨਹੀਂ ਪਤਾ ਸੀ ਕਿ ਕਿੱਥੇ ਹੈ, ਨਹੀਂ ਤਾਂ ਜਾ ਕੇ ਉਹਨਾਂ ਦਾ ਪਤਾ ਲੈ ਆਂਦੇ। ਖੈਰ, ਅਜਿਹੀ ਨੌਬਤ ਵੀ ਨਾ ਆਈ ਤੇ ਅਗਲੇ ਮਹੀਨੇ ਉਹ ਸਾਡੇ ਘਰ ਆ ਗਈ। ਇੱਕ ਕਰਕੇ ਸਾਰੇ ਉਸ ਤੋਂ ਪੁੱਛ ਰਹੇ ਸਨ ਕਿ ਆਖਰ ਅਜਿਹਾ ਕੀ ਹੋ ਗਿਆ ਸੀ ਜੋ ਤੁਸੀਂ ਪੂਰੇ 2 ਮਹੀਨੇ ਇੱਥੇ ਨਹੀਂ ਆਏ। ਅਸੀਂ ਤਾਂ ਤੁਹਾਡੇ ਲਈ ਬਹੁਤ ਪਰੇਸ਼ਾਨ ਹੋ ਗਏ ਸਨ ਤੇ ਪਤਾ ਨਹੀਂ ਕੀ ਸੋਚ ਰਹੇ ਸੀ।
ਪਰ ਉਹਨਾਂ ਨੇ ਕਿਸੇ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਉਹ ਤਾਂ ਬਸ ਹੱਸ ਰਹੀ ਸੀ। ਮੈਂ ਕਿਹਾ ਕਿ ਵੱਡੀ ਅੰਮਾ, ਅਸੀਂ ਤੁਹਾਡੇ ਲਈ ਇੰਨੇ ਪਰੇਸ਼ਾਨ ਹੋ ਰਹੇ ਸਨ ਤੇ ਤੁਸੀਂ ਟੂਥਪੇਸਟ ਦੀ ਐਡ ਕਰ ਰਹੇ ਹੋ, ਦੱਸੋ ਇੰਨੇ ਦਿਨ ਕਿੱਥੇ ਸੀ? ਉਹਨਾਂ ਤੋਂ ਪੁੱਛਿਆ, ਜਿਸ ਤੇ ਮਾਂ ਮੈਨੂੰ ਘੂਰ ਕੇ ਦੇਖਣ ਲੱਗੀ। ਵੱਡੀ ਅੰਮਾ ਮੈਨੂੰ ਕਹਿਣ ਲੱਗੀ ਕਿ ਬਸ ਪੁੱਤ, ਹੁਣ ਤੂੰ ਆਪਣੀ ਜ਼ੁਬਾਨ ਤੇ ਤਾਲਾ ਲਾ ਲੈ, ਕਿਉਂਕਿ ਮੈਂ ਤੇਰੇ ਲਈ ਬਹੁਤ ਹੀ ਚੰਗਾ ਰਿਸ਼ਤਾ ਲੈ ਕੇ ਆਈ ਹਾਂ। ਅੰਮਾ ਦੀ ਗੱਲ ਸੁਣ ਕੇ ਮੈਂ ਤਾਂ ਹੈਰਾਨ ਹੋ ਗਈ ਸੀ ਤੇ ਸਾਰੇ ਉਹਨਾਂ ਵੱਲ ਹੈਰਾਨੀ ਨਾਲ ਦੇਖ ਰਹੇ ਸਨ। ਇਹ ਗੱਲ ਤਾਂ ਸਾਰੇ ਜਾਣਦੇ ਸਨ ਕਿ ਮੈਨੂੰ ਵਿਆਹ ਕਰਨ ਦਾ ਬਹੁਤ ਸ਼ੌਂਕ ਹੈ। ਮੈਂ ਤੁਰੰਤ ਉੱਠੀ ਤੇ ਬਚਪਨ ਵਾਂਗ ਵੱਡੀ ਅੰਮਾ ਦੇ ਮੋਢਿਆਂ ਨੂੰ ਫੜ ਕੇ ਪੁੱਛਿਆ, ਕਦੋਂ ਦਿਖਾ ਰਹੇ ਹੋ ਮੈਨੂੰ ਤਸਵੀਰ ਮੇਰੇ ਹੋਣ ਵਾਲੇ ਲਾੜੇ ਦੀ? ਮੇਰੀ ਗੱਲ ਤੇ ਨਾ ਚਾਹੁੰਦੇ ਹੋਏ ਵੀ ਮਾਂ ਹੱਸਣ ਲੱਗੀ ਤੇ ਦਾਦੀ ਵੀ ਉੱਚੀ ਉੱਚੀ ਹੱਸਣ ਲੱਗੀ। ਮੇਰੀ ਚਾਚੀ ਤਾਂ ਹਾਏ ਰਾਮ ਆਖ ਕੇ ਅੰਦਰ ਚਲੀ ਗਈ ਤੇ ਮੈਂ ਪਿੱਛੇ ਸ਼ਰਾਰਤ ਨਾਲ ਅਜੇ ਤੱਕ ਵੱਡੀ ਅੰਮਾ ਦੇ ਮੋਢਿਆਂ ਤੇ ਲਟਕੀ ਹੋਈ ਸੀ। ਮੇਰੀ ਮਾਂ ਕਹਿਣ ਲੱਗੀ ਕਿ ਦੱਸੋ ਕਿੱਥੋਂ ਰਿਸ਼ਤਾ ਲੈ ਕੇ ਆਏ ਹੋ ਤੁਸੀਂ? ਵੱਡੀ ਅੰਮਾ ਕਹਿਣ ਲੱਗੀ ਕਿ ਸ਼ੀਤਲ ਦੀ ਮਾਂ ਨਾਲ ਵਾਲੇ ਪਿੰਡ 'ਚ ਮੇਰੀ ਇੱਕ ਭੈਣ ਬਣੀ ਹੋਈ ਹੈ। ਪਤੀ ਉਸਦਾ ਮਰ ਚੁੱਕਾ ਹੈ, ਇੱਕ ਬੇਟੀ ਹੈ, ਉਹ ਵੀ ਕੁਝ ਦਿਨਾਂ ਬਾਅਦ ਵਿਆਹ ਕੇ ਆਪਣੇ ਸਹੁਰੇ ਚਲੀ ਜਾਵੇਗੀ। ਇੱਕ ਜਵਾਨ ਬੇਟਾ ਹੈ, ਪੜ੍ਹਿਆ ਲਿਖਿਆ, ਸੋਹਣਾ ਤੇ ਆਗਿਆਕਾਰੀ। ਮੈਂ ਉਸੇ ਦੇ ਬੇਟੇ ਲਈ ਸ਼ੀਤਲ ਦਾ ਰਿਸ਼ਤਾ ਲੈ ਕੇ ਆਈ ਹਾਂ। ਤੂੰ ਆਪਣੇ ਘਰ 'ਚ ਸਾਰਿਆਂ ਨਾਲ ਗੱਲ ਕਰਤੇ ਹਾਂ ਨਾ ਕਰਿਓ, ਕਿਉਂਕਿ ਰਿਸ਼ਤਾ ਬਹੁਤ ਹੀ ਚੰਗਾ ਹੈ। ਜਿੰਨਾ ਸੋਚਣ ਦਾ ਸਮਾਂ ਲੈਣਾ ਚਾਹੇ ਲੈ ਲਓ, ਪਰ ਹਾਂ ਜਵਾਬ ਮੇਰੀ ਮਰਜ਼ੀ ਦਾ ਹੋਣਾ ਚਾਹੀਦਾ ਹੈ। ਨਾ ਕਰਿਓ। ਇਸ ਸਾਰੀ ਗੱਲ ਹੋਣ ਤੋਂ ਬਾਅਦ ਵੱਡੀ ਅੰਮਾ ਸਾਡੇ ਘਰੋਂ ਜਾ ਚੁੱਕੀ ਸੀ। ਉਧਰ ਮੇਰੀ ਮਾਂ ਸੋਚਾਂ 'ਚ ਪੈ ਚੁੱਕੀ ਸੀ। ਸੱਚ ਪੁੱਛੋ ਤਾਂ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ। ਮੈਂ ਸ਼ਹਿਰ 'ਚ ਵਿਆਹ ਕਰਨਾ ਚਾਹੁੰਦੀ ਸੀ ਤੇ ਵੱਡੀ ਅੰਮਾ ਤਾਂ ਸਾਡੇ ਗੁਆਂਢ ਵਾਲੇ ਪਿੰਡ ਦਾ ਹੀ ਰਿਸ਼ਤਾ ਲੈ ਕੇ ਆਈ ਸੀ। ਪਰ ਮਾਂ ਨੂੰ ਸੋਚਦੇ ਹੋਏ ਦੇਖ ਕੇ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਕਿਤੇ ਉਹ ਮੇਰਾ ਵਿਆਹ ਨਾ ਕਰ ਦੇਵੇ। ਮੈਂ ਤਾਂ ਮਾਂ ਨੂੰ ਸਾਫ਼ ਮਨਾ ਕਰ ਦਿੱਤਾ ਕਿ ਮੈਨੂੰ ਇਹ ਰਿਸ਼ਤਾ ਪਸੰਦ ਨਹੀਂ ਹੈ। ਵੱਡੀ ਅੰਮਾ ਜਿਵੇਂ ਖੁਦ ਹੈ ਇਸ ਤਰ੍ਹਾਂ ਦਾ ਹੀ ਮੇਰੇ ਲਈ ਰਿਸ਼ਤਾ ਲੈ ਕੇ ਆਈ ਹੋਵੇਗੀ। ਮੈਂ ਕਿਸੇ ਹਾਲ 'ਚ ਵੀ ਉੱਥੇ ਵਿਆਹ ਨਹੀਂ ਕਰਾਂਗੀ। ਮੇਰੀ ਗੱਲ ਸੁਣ ਕੇ ਮਾਂ ਨੇ ਡੂੰਘਾ ਸਾਹ ਲਿਆ ਤੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਸ਼ੀਤਲ, ਤੇਰੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋਵੇਗਾ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਵੀ ਚੈਨ ਆ ਗਿਆ। ਸ਼ਾਮ ਨੂੰ ਜਦੋਂ ਪਿਤਾ ਜੀ ਘਰ ਆਏ ਤਾਂ ਮੈਂ ਉਹਨਾਂ ਨੂੰ ਰਿਸ਼ਤੇ ਬਾਰੇ ਪੂਰੀ ਗੱਲ ਦੱਸੀ, ਜਿਸ ਤੇ ਪਿਤਾ ਜੀ ਨੇ ਤਾਂ ਸਿਰ ਹਿਲਾਇਆ ਤੇ ਚਾਹ ਪੀਣ ਲੱਗੇ। ਮੇਰੇ ਲਈ ਇਹ ਗੱਲ ਬਹੁਤ ਚੰਗੀ ਸੀ ਕਿ ਕਿਸੇ ਨੇ ਵੀ ਇਸ ਗੱਲ ਨੂੰ ਧਿਆਨ ਨਾਲ ਨਹੀਂ ਸੁਣਿਆ। ਮਤਲਬ ਇਸ ਰਿਸ਼ਤੇ 'ਚ ਕਿਸੇ ਨੇ ਵੀ ਕੋਈ ਦਿਲਚਸਪੀ ਨਹੀਂ ਦਿਖਾਈ। ਪਰ ਤਦ ਅਚਾਨਕ ਵੱਡੀ ਅੰਮਾ ਘਰੇ ਆ ਗਈ ਤੇ ਨਾਲ ਮਿਠਾਈ ਦਾ ਡੱਬਾ ਲੈ ਕੇ ਆਈ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਜ਼ਬਰਦਸਤੀ ਉਹ ਮਿਠਾਈ ਮੈਨੂੰ ਖਵਾਈ, ਜੋ ਨਾ ਚਾਹੁੰਦੇ ਹੋਏ ਵੀ ਮੈਨੂੰ ਖਾਣੀ ਪਈ। ਫਿਰ ਬਾਕੀ ਘਰ ਵਾਲਿਆਂ ਨੂੰ ਵੀ ਮਿਠਾਈ ਖਵਾ ਕੇ ਕੁਰਸੀ ਤੇ ਬੈਠ ਗਈ। ਦੇਖੋ ਤੁਹਾਡੀ ਬੇਟਾ ਨਸੀਬ ਕਿੰਨਾ ਚੰਗਾ ਹੈ। ਕੱਲ ਹੀ ਮੈਂ ਰਿਸ਼ਤੇ ਬਾਰੇ ਦੱਸ ਕੇ ਗਈ ਸੀ ਤੇ ਅੱਜ ਹੀ ਰਿਤੇਸ਼ ਦੀ ਨੌਕਰੀ 'ਚ ਤਰੱਕੀ ਹੋ ਗਈ। ਬਸ ਹੁਣ ਤਾਂ ਤੁਸੀਂ ਲੋਕ ਹਾਂ ਹੀ ਕਰ ਦਿਓ। ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਉੱਥੇ ਤੁਹਾਡੀ ਸ਼ੀਤਲ ਬਹੁਤ ਖੁਸ਼ ਰਹੇਗੀ। ਵੱਡੀ ਅੰਮਾ ਦੀ ਗੱਲ ਨਾਲ ਪਿਤਾ ਜੀ ਕੁਝ ਸਹਿਮਤ ਨਜ਼ਰ ਆ ਰਹੇ ਸਨ ਤੇ ਅੰਮਾ ਆਖ ਰਹੀ ਸੀ ਕਿ ਮੈਨੂੰ ਬਸ ਅੱਜ ਹੀ ਹਾਂ ਚਾਹੀਦੀ ਹੈ। ਬਸ ਹਾਂ ਕਰ ਦਿਓ ਜਲਦੀ ਤੇ ਫਿਰ ਮੈਂ ਲੜਕੇ ਦੀ ਮਾਂ ਨੂੰ ਸ਼ਗਨ ਲਈ ਲੈ ਕੇ ਆਵਾਂ। ਇਸ ਗੱਲ ਤੇ ਮਾਂ ਨੇ ਮੇਰੇ ਵੱਲ ਸਿਰ ਘੁਮਾ ਕੇ ਦੇਖਿਆ ਤੇ ਕਹਿਣ ਲੱਗੀ, ਇਹ ਦੇਖੋ ਸ਼ੀਤਲ ਖੜੀ ਹੈ ਤੇ ਤੁਹਾਡੇ ਹੱਥਾਂ 'ਚ ਹੀ ਵੱਡੀ ਹੋਈ ਹੈ। ਇੱਕ ਵਾਰ ਇਸ ਤੋਂ ਵੀ ਪੁੱਛ ਲਓ। ਜੇਕਰ ਇਹ ਹਾਂ ਕਰ ਦੇਵੇ ਤਾਂ ਕੱਲ ਦੀ ਥਾਂ ਅੱਜ ਹੀ ਲੜਕੇ ਵਾਲਿਆਂ ਨੂੰ ਹਾਂ ਕਰ ਦਿਓ। ਮਾਂ ਵਾਂਗ ਪਿਤਾ ਜੀ ਨੇ ਵੀ ਮੇਰੇ ਵੱਲ ਸਿਰ ਹਿਲਾ ਕੇ ਸਾਰਾ ਫੈਸਲਾ ਮੇਰੇ ਤੇ ਹੀ ਛੱਡ ਦਿੱਤਾ। ਮੈਂ ਤਾਂ ਹਰ ਗੱਲ ਬੇਝਿਜਕ ਕਰ ਦਿੰਦੀ ਸੀ, ਪਰ ਮੈਂ ਨਾ ਕਰਨਾ ਚਾਹੁੰਦੀ ਸੀ। ਪਰ ਪਤਾ ਨਹੀਂ ਕਿਵੇਂ ਮੇਰਾ ਸਿਰ ਹਾਂ 'ਚ ਹਿਲ ਗਿਆ। ਮੈਂ ਖੁਦ ਹੈਰਾਨ ਰਹਿ ਗਈ ਕਿ ਮੈਂ ਅਜਿਹਾ ਕਿਉਂ ਕੀਤਾ। ਮੇਰੀ ਹਾਲਤ ਤਾਂ ਬਹੁਤ ਅਜੀਬ ਹੋ ਚੁੱਕੀ ਸੀ। ਮੇਰੇ ਹਾਂ ਕਰਦੇ ਹੀ ਵੱਡੀ ਅੰਮਾ ਨੇ ਅੱਧਾ ਮਿਠਾਈ ਦਾ ਡੱਬਾ ਦੁਬਾਰਾ ਖੋਲ੍ਹਿਆ ਤੇ ਸਾਰਿਆਂ ਨੂੰ ਖਵਾ ਕੇ ਚਲਦੀ ਬਣੀ। ਸਾਰੇ ਘਰ ਵਾਲੇ ਬਹੁਤ ਖੁਸ਼ ਸਨ, ਮੈਂ ਵੀ ਖੁਸ਼ ਸੀ। ਮੈਨੂੰ ਵੀ ਇਹ ਸਭ ਚੰਗਾ ਲੱਗ ਰਿਹਾ ਸੀ, ਪਰ ਮੇਰੇ ਅੰਦਰ ਹੀ ਅੰਦਰ ਨਾ ਲੁਕੀ ਹੋਈ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਤੈਨੂੰ ਨਾ ਕਰਨੀ ਚਾਹੀਦੀ ਸੀ, ਪਰ ਤੂੰ ਆਪਣੀ ਨਾ ਨੂੰ ਹਾਂ 'ਚ ਬਦਲ ਕੇ ਬਿਲਕੁਲ ਵੀ ਚੰਗਾ ਨਹੀਂ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਅਸੀਂ ਸਾਰੇ ਘਰ ਵਾਲੇ ਖੁਸ਼ ਹੀ ਨਹੀਂ ਸਗੋਂ ਬਹੁਤ ਜ਼ਿਆਦਾ ਖੁਸ਼ ਸੀ। ਪਰ ਇਹ ਸਭ ਅਚਾਨਕ ਹੀ ਹੋਇਆ ਸੀ। ਖੈਰ ਇਸੇ ਦੌਰਾਨ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਪਰ ਨਾ ਚਾਹੁੰਦੇ ਹੋਏ ਵੀ ਕਿਵੇਂ ਅਸੀਂ ਖੁਸ਼ੀ-ਖੁਸ਼ੀ ਤਿਆਰੀਆਂ ਕਰ ਰਹੇ ਹਾਂ। ਦਾਦੀ ਮਾਂ ਤੇ ਚਾਚੀ ਮਿਲ ਕੇ ਮੈਨੂੰ
ਛੇੜ ਰਹੀਆਂ ਸਨ। ਪਿਤਾ ਜੀ ਵੀ ਬਹੁਤ ਖੁਸ਼ ਸਨ। ਮੇਰੇ ਲਈ ਵਧੀਆ ਫਰਨੀਚਰ ਦਾ ਆਰਡਰ ਦੇ ਦਿੱਤਾ ਗਿਆ ਸੀ। ਮੇਰੇ ਦਾਜ ਦਾ ਸਮਾਨ ਆਉਣਾ ਸ਼ੁਰੂ ਹੋ ਗਿਆ ਸੀ। ਪੂਰੇ ਪਿੰਡ ਦਾ ਕੰਮ ਕਰਨ ਵਾਲੀਆਂ ਔਰਤਾਂ ਸਵੇਰੇ ਸਵੇਰੇ ਸਾਡੇ ਘਰ 'ਚ ਇਕੱਠੀਆਂ ਹੋ ਜਾਂਦੀਆਂ ਸਨ। ਕੋਈ ਕੁਝ ਕੰਮ ਕਰਦੀ ਸੀ ਤੇ ਕੋਈ ਕੁਝ। ਰਾਤ ਨੂੰ ਜਦੋਂ ਮੈਂ ਕੰਮਾਂ ਤੋਂ ਵਿਹਲੀ ਹੋ ਕੇ ਆਪਣੇ ਬੈੱਡ ਤੇ ਜਾ ਕੇ ਪਈ ਤਾਂ ਮੇਰੇ ਦਿਮਾਗ 'ਚ ਇੱਕ ਸੋਚ ਹੀ ਆਈ ਸੀ ਤੇ ਮੇਰਾ ਦਿਲ ਅਜੀਬ ਜਿਹਾ ਮਹਿਸੂਸ ਕਰ ਰਿਹਾ ਸੀ, ਜਿਵੇਂ ਕੋਈ ਮੈਨੂੰ ਇਹ ਵਿਆਹ ਕਰਨ ਤੋਂ ਮਨਾ ਕਰ ਰਿਹਾ ਹੋਵੇ। ਪਰ ਨਾ ਤਾਂ ਮੈਨੂੰ ਨਾ ਦਾ ਕਾਰਨ ਸਮਝ ਆਇਆ ਤੇ ਨਾ ਹੀ ਇੰਨਾ ਖੁਸ਼ ਹੋਣ ਦਾ। ਮੇਰੇ ਵਿਆਹ 'ਚ 5 ਦਿਨ ਬਾਕੀ ਰਹਿ ਗਏ ਸਨ। ਵੱਡੀ ਅੰਮਾ ਫਿਰ ਸਾਡੇ ਘਰ ਆਈ, ਪਰ ਇਸ ਤੋਂ ਪਹਿਲਾਂ ਉਹ ਲੜਕੇ ਵਾਲਿਆਂ ਨੂੰ ਮੇਰੇ ਪਰਿਵਾਰ ਨਾਲ ਮਿਲਵਾ ਚੁੱਕੀ ਸੀ। ਮੇਰੀ ਸੱਸ ਤੇ ਨਨਾਣ ਦੋਵੇਂ ਹੀ ਮੈਨੂੰ ਬਹੁਤ ਚੰਗੀਆਂ ਲੱਗੀਆਂ ਸਨ। ਮੇਰੇ ਸਹੁਰੇ ਘਰ 'ਚ ਮੇਰੀ ਸੱਸ, ਇੱਕ ਛੋਟੀ ਨਨਾਣ ਤੇ ਮੇਰਾ ਪਤੀ ਤਿੰਨੇ ਮਿਲ ਕੇ ਰਹਿੰਦੇ ਸਨ। ਮੈਂ ਆਪਣੇ ਹੋਣ ਵਾਲੇ ਪਤੀ ਦੀ ਸਿਰਫ ਤਸਵੀਰ ਦੇਖੀ ਸੀ। ਤਸਵੀਰ 'ਚ ਉਹ ਕਾਫੀ ਸਮਾਰਟ ਤੇ ਪੜ੍ਹੇ ਲਿਖੇ ਦਿਖਾਈ ਦਿੰਦੇ ਸਨ। ਉਸ ਦਿਨ ਤਾਂ ਵੱਡੀ ਅੰਮਾ ਸਵੇਰੇ ਸਵੇਰੇ ਸਾਡੇ ਘਰ ਆ ਗਈ ਤੇ ਬਹੁਤ ਸੋਹਣਾ ਤੇ ਲਾਲ ਰੰਗ ਦਾ ਲਹਿੰਗਾ ਮੇਰੇ ਕੋਲ ਲੈ ਆਈ ਤੇ ਕਹਿਣ ਲੱਗੀ ਕਿ ਆਪਣੇ ਵਿਆਹ ਵਾਲੇ ਦਿਨ ਤੋਂ ਇਹੀ ਲਹਿੰਗਾ ਪਾਉਣਾ ਹੈ। ਮੈਂ ਕਾਫੀ ਦਿਨਾਂ ਤੋਂ ਇਹ ਲਹਿੰਗਾ ਤੇਰੇ ਲਈ ਬਣਾ ਕੇ ਰੱਖਿਆ ਹੈ। ਉਹ ਲਹਿੰਗਾ ਚੰਗੀ ਕੁਆਲਿਟੀ ਦਾ ਨਹੀਂ ਸੀ, ਪਰ ਮੈਨੂੰ ਚੰਗਾ ਲੱਗਿਆ ਜਦੋਂ ਵੱਡੀ ਅੰਮਾ ਨੇ ਮੈਨੂੰ ਇੰਨੇ ਪਿਆਰ ਨਾਲ ਉਹ ਲਹਿੰਗਾ ਗਿਫਟ ਕੀਤਾ। ਮੇਰੇ ਵਿਆਹ ਦਾ ਲਹਿੰਗਾ ਤਾਂ ਪਹਿਲਾਂ ਹੀ ਬਣ ਚੁੱਕਿਆ ਸੀ, ਪਰ ਵੱਡੀ ਅੰਮਾ ਦੀ ਗੱਲ ਮੰਨਣ ਲਈ ਮੈਂ ਉਹ ਲਹਿੰਗਾ ਪਾਉਣ ਲਈ ਤਿਆਰ ਹੋ ਗਈ। ਹੌਲੀ ਹੌਲੀ ਉਹ ਸਮਾਂ ਵੀ ਆ ਗਿਆ ਕਿ ਮੇਰੇ ਵਿਆਹ ਦਾ ਦਿਨ ਆ ਚੁੱਕਾ ਸੀ, ਪਰ ਮੈਂ ਨਹੀਂ ਜਾਣਦੀ ਸੀ ਕਿ ਉਹ ਖੁਸ਼ਕਿਸਮਤ ਦਿਨ ਮੇਰੀ ਆਉਣ ਵਾਲੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਹੈ। ਸਿਰਫ ਇੱਕ ਉਸੇ ਦਿਨ ਲਈ ਕੋਈ ਬਹੁਤ ਪਹਿਲਾਂ ਤੋਂ ਤਿਆਰੀ 'ਚ ਲੱਗਿਆ ਹੋਇਆ ਸੀ ਤੇ ਹੁਣ ਉਹ ਤਿਆਰੀ ਮੇਰੇ ਸਹੁਰੇ ਜਾਣ ਤੋਂ ਬਾਅਦ ਹੀ ਪੂਰੀ ਹੋ ਸਕਦੀ ਸੀ। ਵਿਆਹ ਵਾਲੇ ਦਿਨ ਗੱਲ-ਗੱਲ ਤੇ ਮੇਰੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ। ਮਾਂ, ਪਿਤਾ ਜੀ ਤੇ ਦਾਦੀ ਸਮੇਤ ਸਾਰੇ ਗੱਲ-ਗੱਲ ਤੇ ਮੈਨੂੰ ਚੁੱਪ ਕਰਵਾ ਰਹੇ ਸਨ ਤੇ ਮੈਨੂੰ ਗਲੇ ਲਾ ਰਹੇ ਸਨ, ਕਿਉਂਕਿ ਮੈਂ ਆਪਣੇ ਘਰ ਦੀ ਸਾਰਿਆਂ ਦੀ ਲਾਡਲੀ ਧੀ ਸੀ। ਮੇਰੀ ਮਾਂ ਦਾ ਕਹਿਣਾ ਸੀ ਕਿ ਮੈਂ ਇਸ ਘਰ ਦੀ ਰੌਣਕ ਹਾਂ। ਦਾਦੀ ਵੀ ਚੁੱਪਕੇ ਜਿਹੇ ਆਪਣੇ ਹੰਝੂ ਕਈ ਵਾਰ ਸਾਫ਼ ਕਰ ਚੁੱਕੀ ਸੀ। ਖੈਰ, ਜਿਵੇਂ ਹੀ ਰਿਤੇਸ਼ ਨੇ ਮੇਰੀ ਮਾਂਗ 'ਚ ਸਿੰਦੂਰ ਭਰਿਆ, ਉਸ ਤੋਂ ਬਾਅਦ ਮੈਂ ਖੁਦ ਤੇ ਕਾਬੂ ਨਹੀਂ ਰੱਖ ਸਕੀ ਤੇ ਵਿਦਾਈ ਦੇ ਸਮੇਂ ਖੂਬ ਰੋਈ। ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਤੇ ਮੈਂ ਉੱਥੇ ਬੇਹੋਸ਼ ਹੋ ਕੇ ਡਿੱਗ ਗਈ। ਬਰਾਤ 'ਚ ਸਾਰੇ ਲੋਕਾਂ 'ਚ ਭਾਜੜ ਮਚ ਗਈ ਕਿ ਵਹੁਟੀ ਨੂੰ ਕੀ ਹੋ ਗਿਆ। ਮੇਰੇ ਬੇਹੋਸ਼ ਹੋਣ ਤੇ ਸਾਰਿਆਂ ਤੋਂ ਜ਼ਿਆਦਾ ਪਰੇਸ਼ਾਨ ਵੱਡੀ ਅੰਮਾ ਹੋਈ। ਮੇਰੀ ਸੱਸ ਨੂੰ ਤਾਂ ਜਿਵੇਂ ਕੋਈ ਫਰਕ ਹੀ ਨਾ ਪਿਆ ਹੋਵੇ। ਮੇਰੀ ਤਬੀਅਤ ਖਰਾਬ ਹੋਣ ਕਰਕੇ ਮੇਰੀ ਵਿਦਾਈ ਇੱਕ ਹਫ਼ਤੇ ਬਾਅਦ ਹੋਈ। ਵੱਡੀ ਅੰਮਾ ਨੇ ਤਾਂ ਬਹੁਤ ਚਾਹਿਆ ਕਿ ਮੈਂ ਹੁਣੇ ਇਸੇ ਸਮੇਂ ਵਿਦਾ ਹੋ ਕੇ ਆਪਣੇ ਸਹੁਰੇ ਚਲੀ ਜਾਵਾਂ, ਪਰ ਮੇਰੇ ਘਰ ਵਾਲਿਆਂ ਨੇ ਮੰਨਣ ਤੋਂ ਨਾ ਕਰ ਦਿੱਤੀ। ਉਸ ਇੱਕ ਹਫ਼ਤੇ 'ਚ ਮੈਂ ਇੱਕ ਗੱਲ ਬਹੁਤ ਜ਼ਿਆਦਾ ਮਹਿਸੂਸ ਕੀਤੀ ਕਿ ਵੱਡੀ ਅੰਮਾ ਪੂਰਾ ਹਫ਼ਤਾ ਰੋਜ਼ਾਨਾ ਵਾਂਗ ਸਾਡੇ ਘਰ ਆਉਂਦੀ ਰਹੀ। ਹੁਣ ਮੈਨੂੰ ਵੱਡੀ ਅੰਮਾ ਤੋਂ ਖਿਝ ਆਉਣ ਲੱਗੀ ਸੀ। ਕਦੇ ਉਹ ਮੇਰੇ ਵਾਸਤੇ ਫਲ ਲੈ ਕੇ ਆਉਂਦੀ, ਕਦੇ ਮੇਰੀ ਮਨਪਸੰਦ ਦਾ ਖਾਣਾ ਬਣਾ ਕੇ ਲਿਆਉਂਦੀ। ਜੋ ਕੁਝ ਵੱਡੀ ਅੰਮਾ ਲੈ ਕੇ ਆਉਂਦੀ ਸੀ, ਮੇਰਾ ਉਸਨੂੰ ਖਾਣ ਦਾ ਬਿਲਕੁਲ ਵੀ ਮਨ ਨਹੀਂ ਕਰਦਾ ਸੀ। ਮੇਰਾ ਦਿਲ ਵਾਰ-ਵਾਰ ਉਹਨਾਂ ਨੂੰ ਮਨਾ ਕਰਨਾ ਚਾਹੁੰਦਾ ਸੀ। ਮੈਂ ਤਾਂ ਉਸ ਨਾਲ ਮਿਲਣਾ ਵੀ ਨਹੀਂ ਚਾਹੁੰਦੀ ਸੀ, ਪਰ ਉਹ ਜਦੋਂ ਵਾਰ-ਵਾਰ ਮੈਨੂੰ ਮਿਲਣ ਦੀ ਜ਼ਿੱਦ ਕਰਦੀ ਸੀ ਤਾਂ ਮੈਂ ਉਸਨੂੰ ਦੇਖ ਕੇ ਆਪਣੇ ਕਮਰੇ 'ਚ ਜਾ ਕੇ ਸੌਣ ਦੀ ਐਕਟਿੰਗ ਕਰਦੀ ਸੀ। ਮੈਨੂੰ ਉਸਨੂੰ ਦੇਖ ਕੇ ਬਹੁਤ ਖਿਝ ਆਉਂਦੀ ਸੀ, ਪਤਾ ਨਹੀਂ ਕਿਉਂ, ਪਰ ਸਾਰੇ ਘਰ ਵਾਲੇ ਉਸਦੀ ਖੂਬ ਆਪ-ਪਾਕ ਕਰਦੇ ਸਨ। ਮੇਰੀ ਵਿਦਾਈ ਤੋਂ ਇੱਕ ਦਿਨ ਪਹਿਲਾਂ ਉਹ ਮਿੱਠੇ ਚੌਲਾਂ ਦਾ ਪਤੀਲਾ ਮੇਰੇ ਲਈ ਲੈ ਕੇ ਆਈ। ਉਸ ਸਮੇਂ ਤਾਂ ਮੈਨੂੰ ਉਸ ਤੇ ਬਹੁਤ ਗੁੱਸਾ ਆ ਗਿਆ, ਇਸ ਲਈ ਮੈਂ ਉਹਨਾਂ ਚੌਲਾਂ ਨੂੰ ਦੇਖਿਆ ਤੱਕ ਨਹੀਂ ਸੀ। ਪਰ ਰਾਤ ਜਦੋਂ ਮੈਨੂੰ ਭੁੱਖ ਲੱਗੀ ਤਾਂ ਮੈਂ ਸੋਚਿਆ ਕਿ ਵੱਡੀ ਅੰਮਾ ਜੋ ਚੌਲ ਲੈ ਕੇ ਆਈ ਸੀ ਉਹੀ ਖਾ ਲੈਂਦੀ ਹਾਂ। ਪਹਿਲਾਂ ਵੀ ਤਾਂ ਮੈਂ ਉਹਨਾਂ ਦੀ ਲਿਆਂਦੀ ਹੋਈ ਹਰ ਚੀਜ਼ ਖਾ ਲੈਂਦੀ ਸੀ। ਮੈਂ ਜਦੋਂ ਰਸੋਈ 'ਚ ਚੌਲ ਲੈਣ ਗਈ ਤਾਂ ਪਤੀਲਾ ਬਿਲਕੁਲ ਖਾਲੀ ਪਿਆ ਸੀ, ਜਿਸ ਨੂੰ ਦੇਖ ਮੈਨੂੰ ਬਹੁਤ ਗੁੱਸਾ ਆਇਆ। ਖੈਰ, ਮੈਂ ਚਾਹ ਬਣਾ ਕੇ ਪੀ ਲਈ ਤੇ ਵਾਪਸ ਕਮਰੇ 'ਚ ਆ ਕੇ ਪੈ ਗਈ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਣ ਲੱਗੀ। ਅਚਾਨਕ ਮੈਨੂੰ ਦੁੱਖ ਹੋਣ ਲੱਗਿਆ ਕਿ ਮੈਂ ਇਸ ਵਿਆਹ ਲਈ ਕਿਉਂ ਹਾਂ ਕਰ ਦਿੱਤੀ, ਕਿਉਂਕਿ ਹੁਣ ਵੱਡੀ ਅੰਮਾ ਸਾਰੀ ਉਮਰ ਮੇਰੇ ਤੇ ਰੋਬ ਝਾੜੇਗੀ। ਉਹ ਔਰਤ ਜੋ ਦੂਜਿਆਂ ਦੇ ਘਰੋਂ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਹੈ, ਹੁਣ ਉਹ ਮੇਰੇ ਤੇ ਹੁਕਮ ਚਲਾਵੇਗੀ। ਕਿਉਂਕਿ ਮੈਂ ਸੁਣਿਆ ਸੀ ਕਿ ਰਿਤੇਸ਼ ਦੇ ਘਰ ਵੱਡੀ ਅੰਮਾ ਦੀ ਬਹੁਤ ਚੱਲਦੀ ਹੈ। ਮੈਂ ਸੋਚ ਲਿਆ ਸੀ ਕਿ ਜੇਕਰ ਵੱਡੀ ਅੰਮਾ ਨੇ ਵਿਆਹ ਤੋਂ ਬਾਅਦ ਮੇਰੇ ਕਿਸੇ ਮਾਮਲੇ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿਆਂਗੀ।
ਅਗਲੇ ਦਿਨ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ। ਹੁਣ ਵੀ ਵੱਡੀ ਅੰਮਾ ਨੇ ਬਹੁਤ ਜ਼ਿੱਦ ਕੀਤੀ ਕਿ ਮੈਂ ਉਹਨਾਂ ਦਾ ਦਿੱਤਾ ਹੋਇਆ ਲਹਿੰਗਾ ਪਾਵਾਂ, ਪਰ ਮੈਂ ਇੱਕ ਵਾਰ ਉਸ ਲਹਿੰਗੇ ਨੂੰ ਪਾ ਚੁੱਕੀ ਸੀ ਤੇ ਦੂਜੇ ਪਾਸੇ ਵੱਡੀ ਅੰਮਾ ਦੇ ਅਜਿਹੇ ਵਿਵਹਾਰ ਨੇ ਮੇਰੇ ਦਿਲ ਨੂੰ ਬੋਰ ਕਰ ਦਿੱਤਾ ਸੀ। ਬਹੁਤ ਮੁਸ਼ਕਿਲ ਨਾਲ ਮੈਂ ਵੱਡੀ ਅੰਮਾ ਨੂੰ ਸਮਝਾਇਆ ਤੇ ਆਪਣੇ ਵਿਆਹ ਵਾਲੇ ਤਿਆਰ ਕੀਤੇ ਹੋਏ ਲਹਿੰਗੇ ਨੂੰ ਪਾ ਕੇ ਆਪਣੇ ਸਹੁਰੇ ਘਰ ਚਲੀ ਗਈ। ਜਦੋਂ ਉੱਥੇ ਗਈ ਤਾਂ ਸੱਸ ਦਾ ਮੂਡ ਤਾਂ ਠੀਕ ਸੀ, ਪਰ ਵੱਡੀ ਅੰਮਾ ਦਾ ਮੂੰਹ ਬਣਿਆ ਹੋਇਆ ਸੀ, ਜਿਸ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ। ਉਸ ਸਮੇਂ ਮੈਂ ਇਸ ਗੱਲ ਨੂੰ ਸਮਝ ਚੁੱਕੀ ਸੀ ਕਿ ਮੇਰੀ ਜ਼ਿੰਦਗੀ ਦਾ ਕੀਤਾ ਹੋਇਆ ਫੈਸਲਾ ਮੇਰੇ ਲਈ ਸਭ ਤੋਂ ਗਲਤ ਸਾਬਤ ਹੋਇਆ, ਜੋ ਸਿਰਫ ਤੇ ਸਿਰਫ ਮੇਰੇ ਹਾਂ ਕਰਨ ਕਰਕੇ ਹੋਇਆ। ਪਰ ਹੁਣ ਮੈਂ ਆਪਣੀ ਜ਼ਿੰਦਗੀ ਖੁਦ ਬਣਾਵਾਂਗੀ ਤੇ ਵੱਡੀ ਅੰਮਾ ਨੂੰ ਇੰਨਾ ਮੌਕਾ ਨਹੀਂ ਦਿਆਂਗੀ ਕਿ ਉਹ ਮੇਰੇ ਮਾਮਲੇ 'ਚ ਦਖਲ ਦੇ ਸਕੇ। ਸਹੁਰੇ ਘਰ ਆਉਂਦੇ ਹੀ ਮੈਨੂੰ ਸਭ ਤੋਂ ਪਹਿਲਾਂ ਖੀਰ ਖਵਾਈ ਗਈ, ਪਰ ਵੱਡੀ ਅੰਮਾ ਦੇ ਹੱਥੋਂ ਮੈਨੂੰ ਖੀਰ ਖਾਣਾ ਪਸੰਦ ਨਹੀਂ ਸੀ ਤੇ ਉਂਝ ਵੀ ਮੈਨੂੰ ਖੀਰ ਪਸੰਦ ਨਹੀਂ ਸੀ। ਮੈਂ ਵੱਡੀ ਅੰਮਾ ਨੂੰ ਕਿਹਾ ਕਿ ਮੈਂ ਰਾਤ ਨੂੰ ਮਿੱਠਾ ਨਹੀਂ ਖਾਂਦੀ, ਇਸ ਲਈ ਮੈਂ ਇਹ ਖੀਰ ਨਹੀਂ ਖਾ ਸਕਦੀ, ਮੈਨੂੰ ਮਾਫ ਕਰੋ। ਮੈਂ ਖੀਰ ਖਾਣ ਤੋਂ ਸਾਫ਼ ਮਨਾ ਕਰ ਦਿੱਤਾ, ਜਿਸ ਤੇ ਵੱਡੀ ਅੰਮਾ ਦਾ ਰੰਗ ਪੂਰੀ ਤਰ੍ਹਾਂ ਉੱਡ ਗਿਆ ਤੇ ਮੇਰੀ ਸੱਸ ਮੇਰੇ ਵੱਲ ਖੁਸ਼ੀ ਨਾਲ ਦੇਖਣ ਲੱਗੀ। ਪਰ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ, ਕਿਉਂਕਿ ਜਿੰਨਾ ਵਿਆਹ ਦਾ ਸ਼ੌਂਕ ਮੈਨੂੰ ਸੀ ਸ਼ਾਇਦ ਹੀ ਕਿਸੇ ਹੋਰ ਨੂੰ ਹੁੰਦਾ। ਪਰ ਮੈਨੂੰ ਆਪਣੇ ਵਿਆਹ ਵਾਲੇ ਫੈਸਲੇ ਤੇ ਬਹੁਤ ਹੀ ਨਫ਼ਰਤ ਹੋ ਰਹੀ ਸੀ। ਮੈਂ ਬਸ ਖੁਦ ਨੂੰ ਕਾਬੂ ਕਰ ਰੱਖਿਆ ਸੀ। ਫਿਲਹਾਲ ਸਾਰੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਵੱਡੀ ਅੰਮਾ ਨੇ ਆਪਣਾ ਰੰਗ ਦਿਖਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤੇ ਰਸਮਾਂ ਸ਼ੁਰੂ ਕੀਤੀਆਂ। ਰਾਤ ਨੂੰ ਜਿਵੇਂ ਹੀ ਮੈਨੂੰ ਮੇਰੇ ਕਮਰੇ 'ਚ ਬਿਠਾਇਆ ਗਿਆ ਤਾਂ ਉੱਥੇ ਮੇਰੀ ਸੱਸ ਆ ਗਈ ਤੇ ਉਹੀ ਹਰਕਤਾਂ ਕਰਨ ਲੱਗੀ ਜੋ ਸੱਸਾਂ ਕਰਦੀਆਂ ਹਨ। ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਬਸ ਸਿਰ ਹਿਲਾ ਕੇ ਹੀ ਸੁਣ ਰਹੀ ਸੀ। ਮੇਰਾ ਬਿਲਕੁਲ ਵੀ ਦਿਲ ਨਹੀਂ ਚਾਹੁੰਦਾ ਸੀ ਕਿ ਮੈਂ ਉਹਨਾਂ ਦੀ ਕੋਈ ਵੀ ਗੱਲ ਸੁਣਾ, ਇਸ ਲਈ ਮੈਂ ਚੁੱਪਚਾਪ ਹੀ ਬੈਠੀ ਰਹੀ। ਲਗਭਗ 1 ਘੰਟੇ ਬਾਅਦ ਉਹ ਮੇਰਾ ਦਿਮਾਗ ਖਰਾਬ ਕਰਕੇ ਚਲੀ ਗਈ। ਫਿਰ ਮੇਰਾ ਪਤੀ ਕਮਰੇ 'ਚ ਆਇਆ। ਉਹਨਾਂ ਨੇ ਵੀ ਆਮ ਪਤੀਆਂ ਵਾਂਗ ਮੈਨੂੰ ਨਸੀਹਤ ਦੇਣੀ ਸ਼ੁਰੂ ਕਰ ਦਿੱਤੀ, ਜਿਸ ਦਾ ਮੇਰੇ ਤੇ ਕੋਈ ਅਸਰ ਨਾ ਹੋਇਆ। ਪਰ ਉਹਨਾਂ ਨੇ ਜਦੋਂ ਇਹ ਕਿਹਾ ਕਿ ਬਚਪਨ ਤੋਂ ਹੀ ਸਾਡੇ ਘਰ 'ਚ ਮਾਸੀ, ਜਿਸ ਨੂੰ ਮੈਂ ਵੱਡੀ ਅੰਮਾ ਕਹਿ ਕੇ ਬੁਲਾਉਂਦੀ ਹਾਂ, ਦਾ ਹੀ ਕਹਿਣਾ ਮੰਨਿਆ ਜਾਂਦਾ ਹੈ। ਇਸ ਘਰ 'ਚ ਜਿਵੇਂ ਮਾਸੀ ਕਹਿੰਦੀ ਹੈ ਉਸ ਤਰ੍ਹਾਂ ਹੀ ਹੁੰਦਾ ਹੈ, ਇਸ ਲਈ ਤੂੰ ਉਸ ਦੀ ਇੱਜ਼ਤ ਕਰਨ ਤੇ ਉਹਨਾਂ ਨਾਲ ਬਿਲਕੁਲ ਵੀ ਬਦਤਮੀਜ਼ੀ ਨਾ ਕਰਨਾ। ਮੈਂ ਸਾਰੀਆਂ ਗੱਲਾਂ ਬਰਦਾਸ਼ਤ ਕਰ ਲਵਾਂਗਾ, ਪਰ ਮਾਸੀ ਨਾਲ ਕੁਝ ਵੀ ਹੋਇਆ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ। ਮੈਂ ਹੈਰਾਨ ਹੋ ਕੇ ਆਪਣੀ ਪਤੀ ਤੋਂ ਅੰਮਾ ਦੀ ਗੱਲ ਸੁਣਨ ਲੱਗੀ, ਜਿਸ ਕੋਲ ਜਾਂਦੇ ਸਮੇਂ ਮੈਂ ਆਪਣੀ ਨੱਕ ਬੰਦ ਕਰ ਲੈਂਦੀ ਸੀ, ਤਾਂ ਅਜੇ ਮੌਕੇ ਦੀ ਨਜ਼ਾਕਤ ਦੇਖਦੇ ਹੋਏ ਸਿਰਫ ਹਾਂ ਸਿਰ ਹਿਲਾ ਦਿੱਤਾ ਤੇ ਚੁੱਪ ਹੀ ਬੈਠੀ ਰਹੀ। ਵਿਆਹ ਦੇ ਅਗਲੇ ਦਿਨ ਵੀ ਵੱਡੀ ਅੰਮਾ ਹਰ ਕੰਮ 'ਚ ਆਪਣੇ ਆਪ ਨੂੰ ਅੱਗੇ ਕਰ ਰਹੀ ਸੀ ਤੇ ਹਰ ਕੰਮ 'ਚ ਵੱਧ ਚੜ ਕੇ ਹਿੱਸਾ ਅਤੇ ਆਪਣੀ ਰਾਏ ਦੇ ਰਹੀ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਵੱਡੀ ਅੰਮਾ ਵੀ ਆਪਣਾ ਸਮਾਨ ਪੈਕ ਕਰਨ ਲੱਗੀ ਤੇ ਆਪਣੇ ਘਰ ਜਾਣ ਲਈ ਤਿਆਰ ਹੋ ਗਈ, ਜਿਸ ਤੇ ਮੈਂ ਸੁੱਤਾ ਸਾਹ ਲਿਆ। ਨਨਾਣ ਦਾ ਵਿਵਹਾਰ ਤਾਂ ਆਮ ਵਰਗਾ ਹੀ ਸੀ, ਪਰ ਮੇਰੇ ਪਤੀ ਦਾ ਵਿਵਹਾਰ ਬਸ ਠੀਕ ਠਾਕ ਸੀ। ਪਰ ਅਜੀਬ ਵਿਵਹਾਰ ਤਾਂ ਮੇਰੀ ਸੱਸ ਦਾ ਸੀ, ਜੋ ਵੱਡੀ ਅੰਮਾ ਦੇ ਜਾਣ ਕਰਕੇ ਬਿਨਾਂ ਗੱਲ ਤੋਂ ਹੀ ਰੋ ਰਹੀ ਸੀ ਤੇ ਵਾਰ-ਵਾਰ ਉਹਨਾਂ ਦੇ ਹੱਥਾਂ ਨੂੰ ਚੁੰਮ ਰਹੀ ਸੀ। ਮੈਂ ਇਸ ਡਰਾਮੇ ਤੋਂ ਬੋਰ ਹੋ ਕੇ ਉੱਥੋਂ ਜਾਣ ਲੱਗੀ ਤਾਂ ਰਿਤੇਸ਼ ਦੀਆਂ ਘੂਰਦੀਆਂ ਅੱਖਾਂ ਮੇਰੇ ਤੇ ਪਈਆਂ, ਜਿਸ ਕਰਕੇ ਨਾ ਚਾਹੁੰਦੇ ਹੋਏ ਵੀ ਮੈਨੂੰ ਵੱਡੀ ਅੰਮਾ ਦੇ ਗਲੇ ਲੱਗਣਾ ਪਿਆ। ਗਲੇ ਲੱਗਦੇ ਸਮੇਂ ਵੱਡੀ ਅੰਮਾ ਮੈਨੂੰ ਕਹਿਣ ਲੱਗੀ ਕਿ ਕੀ ਹੋਇਆ ਸ਼ੀਤਲ ਬੇਟੀ, ਤੂੰ ਤਾਂ ਮੇਰੀ ਜਾਨ ਹੁੰਦੀ ਸੀ ਤੇ ਹੁਣ ਮੇਰੇ ਨਾਲ ਇੰਨੀ ਉਕੜੀ ਕਿਉਂ ਹੈ? ਕਿ ਮੇਰੇ ਤੋਂ ਕੋਈ ਗਲਤੀ ਹੋਈ ਹੈ? ਵੱਡੀ ਅੰਮਾ ਨੇ ਮੁਸਕਰਾਉਂਦੇ ਹੋਏ ਪੁੱਛਿਆ, ਕਿਉਂਕਿ ਉੱਥੇ ਸਾਰੇ ਹਾਜ਼ਰ ਸਨ ਤੇ ਜੇਕਰ ਉੱਥੇ ਕੋਈ ਨਾ ਹੁੰਦਾ ਤਦ ਵੀ ਕੀ ਮੈਂ ਇਹੀ ਕਹਿੰਦੀ ਕਿ ਹਾਂ ਮੇਰਾ ਦਿਲ ਨਹੀਂ ਚਾਹੁੰਦਾ ਤੁਹਾਡੇ ਨਾਲ ਗੱਲ ਕਰਾਂ। ਮੈਂ ਕਿਹਾ ਕਿ ਕੁਝ ਨਹੀਂ ਵੱਡੀ ਅੰਮਾ, ਤੁਹਾਨੂੰ ਵਹਿਮ ਹੋਇਆ ਹੈ, ਅਜਿਹਾ ਕੁਝ ਨਹੀਂ ਹੈ ਤੇ ਮੈਂ ਵਾਪਸ ਆਪਣੀ ਥਾਂ ਤੇ ਖੜੀ ਹੋ ਗਈ। ਜਿਸ ਸਮੇਂ ਅਸੀਂ ਉਹਨਾਂ ਨੂੰ ਛੱਡਣ ਲਈ ਦਰਵਾਜ਼ੇ ਤੇ ਗਏ ਤਾਂ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ ਮੈਨੂੰ ਬਹੁਤ ਡੂੰਘੀ ਸੋਚਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ ਜਾਂ ਸ਼ਾਇਦ ਕੁਝ ਹੋਰ ਸੋਚ ਰਹੀ ਹੈ, ਪਰ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ। ਇਸ ਲਈ ਮੈਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਅੰਦਰ ਚਲੀ ਗਈ। ਵਿਆਹ ਪੂਰੀ ਤਰ੍ਹਾਂ ਨਿਪ ਚੁੱਕਿਆ ਸੀ ਤਾਂ ਮੈਂ ਘਰ ਦੇ ਮਾਮਲਿਆਂ ਤੇ ਗੌਰ ਕੀਤਾ। ਛੋਟੇ ਤੋਂ ਲੈ ਕੇ ਵੱਡੇ ਕੰਮ ਤੱਕ ਸਭ 'ਚ ਵੱਡੀ ਅੰਮਾ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਸੀ।
ਉਹ ਸਾਡੇ ਘਰ 'ਚ ਨਾ ਰਹਿਣ ਦੇ ਬਾਵਜੂਦ ਵੀ ਸਾਡੇ ਘਰ ਦੇ ਹਰ ਫੈਸਲੇ 'ਚ ਮੌਜੂਦ ਸੀ। ਖੈਰ, ਹੁਣ ਮੈਂ ਸੋਚਿਆ ਕਿ ਇਹ ਔਰਤ ਤਾਂ ਮਰ ਕੇ ਹੀ ਸਾਡੇ ਘਰ ਦਾ ਪਿੱਛਾ ਛੱਡੇਗੀ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਕਰਕੇ ਬਾਕੀ ਲੋਕਾਂ ਦਾ ਖਿਆਲ ਕੀਤਾ ਜਾਵੇ। ਇੱਕ ਦਿਨ ਮੈਂ ਗੌਰ ਕੀਤਾ ਕਿ ਮੇਰੀ ਸੱਸ ਬਹੁਤ ਅਜੀਬ ਹਰਕਤਾਂ ਕਰਦੀ ਸੀ। ਖਾਸ ਕਰਕੇ ਉਹ ਰਾਤ ਨੂੰ ਇੱਕ ਕਾਲੇ ਰੰਗ ਦੀ ਧੋਤੀ ਪਾਉਂਦੀ ਸੀ ਤੇ ਉਸ ਨੂੰ ਪਾ ਕੇ ਸੌਂਦੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਭਲਾ ਅੱਜ ਦੇ ਦੌਰ 'ਚ ਕੌਣ ਧੋਤੀ ਪਾਉਂਦਾ ਹੈ। ਮੈਂ ਆਪਣੇ ਮੂੰਹ ਫਟ ਹੋਣ ਕਰਕੇ ਉਹਨਾਂ ਨੂੰ ਇਹ ਗੱਲ ਬੋਲ ਵੀ ਦਿੱਤੀ ਕਿ ਮਾਂ ਜੀ, ਤੁਸੀਂ ਧੋਤੀ ਪਾ ਕੇ ਕਿਉਂ ਸੌਂਦੇ ਹੋ? ਜਿਸ ਤੇ ਮੇਰੀ ਸੱਸ ਨੂੰ ਬਹੁਤ ਗੁੱਸਾ ਆਇਆ ਤੇ ਗੁੱਸੇ ਭਰੀਆਂ ਨਜ਼ਰਾਂ ਨਾਲ ਉਹਨਾਂ ਨੇ ਮੇਰੇ ਵੱਲ ਦੇਖ ਕੇ ਕਿਹਾ ਕਿ ਬਹੂ, ਅੱਗੇ ਤੋਂ ਮੇਰੇ ਮਾਮਲੇ 'ਚ ਬੋਲਣ ਦੀ ਕੋਈ ਲੋੜ ਨਹੀਂ ਹੈ, ਤੇ ਹਾਂ, ਇਹ ਵੀ ਯਾਦ ਰੱਖੀ ਕਿ ਜਦੋਂ ਤੱਕ ਮੈਂ ਆਪਣੇ ਕਮਰੇ 'ਚੋਂ ਬਾਹਰ ਨਹੀਂ ਆਉਂਦੀ ਤੂੰ ਮੇਰੇ ਕਮਰੇ 'ਚ ਨਹੀਂ ਆਵੇਂਗੀ। ਮੇਰੀ ਗੈਰ ਮੌਜੂਦਗੀ 'ਚ ਵੀ ਤੂੰ ਕਮਰੇ 'ਚ ਕਦਮ ਤੱਕ ਨਹੀਂ ਰੱਖੇਂਗੀ। ਮੈਂ ਉਹਨਾਂ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਈ ਤੇ ਚੁੱਪ ਕਰ ਗਈ। ਸੱਸ ਵੱਲੋਂ ਧਿਆਨ ਹਟਾ ਕੇ ਮੈਂ ਨਨਾਣ ਵੱਲ ਗੌਰ ਕੀਤੀ ਤਾਂ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਉਹ ਆਪਣੀ ਮਾਂ ਨਾਲ ਕਮਰੇ 'ਚ ਸੌਣ ਤੋਂ ਬਹੁਤ ਡਰਦੀ ਸੀ। ਸਵੇਰੇ ਉਹ ਕਮਰੇ 'ਚੋਂ ਡਰੀ ਤੇ ਸਹਿਮੀ ਹੋਈ ਨਿਕਲਦੀ ਸੀ ਤੇ ਰਾਤ ਨੂੰ ਵੀ ਬਹੁਤ ਦੇਰ ਤੱਕ ਮੇਰੇ ਨਾਲ ਬੈਠੀ ਰਹਿੰਦੀ ਸੀ ਤਾਂ ਕਿ ਕਮਰੇ 'ਚ ਦੇਰ ਨਾ ਜਾਵੇ। ਸ਼ਾਇਦ ਫਿਰ ਉਹ ਕਮਰੇ 'ਚ ਜਾਣਾ ਹੀ ਨਹੀਂ ਚਾਹੁੰਦੀ ਸੀ। ਇਹ ਹਾਲਾਤ ਦੇਖ ਕੇ ਮੈਨੂੰ ਕੁਝ ਗੜਬੜੀ ਮਹਿਸੂਸ ਹੋਈ ਤੇ ਮੈਂ ਦਿਲ 'ਚ ਧਾਰ ਲਿਆ ਕਿ ਹਰ ਹਾਲ 'ਚ ਆਪਣੀ ਸੱਸ ਦਾ ਇਹ ਰਾਜ਼ ਜਾਣਨਾ ਹੀ ਹੋਵੇਗਾ। ਇੱਕ ਦੋ ਵਾਰ ਮੈਂ ਆਪਣੀ ਨਨਾਣ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕੀਤੀ। ਉਹ ਮੈਨੂੰ ਕੁਝ ਦੱਸਣਾ ਤਾਂ ਚਾਹੁੰਦੀ ਸੀ ਪਰ ਬੋਲਦੇ ਬੋਲਦੇ ਚੁੱਪ ਹੋ ਜਾਂਦੀ ਸੀ। ਮੇਰੇ ਅੰਦਰ ਇੱਕ ਅਜੀਬ ਜਿਹੀ ਖਲਬਲੀ ਮਚ ਰਹੀ ਸੀ। ਇਹ ਗੱਲ ਮੈਨੂੰ ਹਜਮ ਨਹੀਂ ਹੋ ਰਹੀ ਸੀ ਕਿ ਇਹ ਗੱਲ ਤਾਂ ਮੈਂ ਆਪਣੇ ਪਤੀ ਨਾਲ ਵੀ ਕਰ ਸਕਦੀ ਸੀ। ਇੱਕ ਦਿਨ ਇਸ ਰਾਜ਼ ਨੂੰ ਜਾਣਨ ਦਾ ਮੌਕਾ ਪਰਮਾਤਮਾ ਨੇ ਖੁਦ ਹੀ ਮੇਰੀ ਝੋਲੀ ਪਾ ਦਿੱਤਾ। ਮੇਰੇ ਪਤੀ ਨੂੰ ਕਿਸੇ ਕੰਮ ਕਰਕੇ ਸ਼ਹਿਰ ਜਾਣਾ ਪਿਆ ਤਾਂ ਮੌਕੇ ਦਾ ਫਾਇਦਾ ਉਠਾ ਕੇ ਮੈਂ ਆਪਣੀ ਨਨਾਣ ਨੂੰ ਕਿਹਾ ਕਿ ਅੱਜ ਰਾਤ ਤੂੰ ਮੇਰੇ ਨਾਲ ਮੇਰੇ ਕਮਰੇ ਸੋ ਜਾ, ਜਿਸ ਤੇ ਉਹ ਮੰਨ ਗਈ ਤੇ ਖੁਸ਼ੀ-ਖੁਸ਼ੀ ਮੇਰੇ ਕਮਰੇ 'ਚ ਆ ਕੇ ਸੋ ਗਈ। ਜਦੋਂ ਸੋ ਗਈ ਤਾਂ ਮੈਂ ਚੁੱਪਚਾਪ ਆਪਣੀ ਸੱਸ ਦੇ ਕਮਰੇ ਜਾ ਕੇ ਆਪਣੀ ਨਨਾਣ ਦੀ ਥਾਂ ਪੈ ਗਈ ਤੇ ਆਪਣਾ ਮੂੰਹ ਚਾਦਰ ਨਾਲ ਢੱਕ ਕੇ ਸੌਣ ਦੀ ਐਕਟਿੰਗ ਕਰਨ ਲੱਗੀ। ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਨੂੰ ਗੂੜੀ ਨੀਂਦ ਆ ਗਈ। ਸਵੇਰੇ ਉੱਠੀ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ ਕਿ ਮੇਰੀ ਸੱਸ ਇੰਨੀ ਠੰਡ 'ਚ ਜ਼ਮੀਨ ਤੇ ਬੇਸੁੱਧ ਹੋਈ ਅੱਖਾਂ ਬੰਦ ਕਰੀ ਬੈਠੀ ਸੀ ਤੇ ਉਹਨਾਂ ਦੇ ਨੇੜੇ ਮੇਰੇ ਵਿਆਹ ਵਾਲਾ ਲਹਿੰਗਾ ਪਿਆ ਸੀ, ਜਿਸ 'ਚ ਜਗ੍ਹਾ-ਜਗ੍ਹਾ ਕਾਫੀ ਮੋਹਰੀਆਂ ਸਨ। ਇਹ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ। ਭਲਾ ਇਹ ਕੀ ਹੋ ਰਿਹਾ ਹੈ? ਉਂਝ ਵੀ ਸੱਸ ਅੱਖਾਂ ਬੰਦ ਕਰ ਰਹੀ ਬੈਠੀ ਸੀ ਤੇ ਮੈਂ ਜਲਦੀ ਨਾਲ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੇਰੇ ਪੈਰਾਂ 'ਚ ਅਚਾਨਕ ਮੋਚ ਆ ਗਈ। ਮੈਨੂੰ ਉਸ ਸਮੇਂ ਆਪਣੀ ਸੱਸ ਤੋਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ। ਮੈਨੂੰ ਉਸ ਕਮਰੇ 'ਚ ਬਹੁਤ ਜ਼ਿਆਦਾ ਖਤਰਾ ਮਹਿਸੂਸ ਹੋ ਰਿਹਾ ਸੀ। ਅਚਾਨਕ ਮੇਰੀ ਸੱਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹਨਾਂ ਦੀਆਂ ਅੱਖਾਂ ਬਿਲਕੁਲ ਖੂਨ ਵਾਂਗ ਲਾਲ ਸਨ ਤੇ ਮੈਨੂੰ ਕਹਿਣ ਲੱਗੀ ਕਿ ਮੈਂ ਮਨਾ ਕੀਤਾ ਸੀ ਕਿ ਤੂੰ ਮੇਰੇ ਕਮਰੇ 'ਚ ਨਾ ਆਵੀਂ, ਫਿਰ ਕਿਉਂ ਆਈ? ਸੱਸ ਦੀ ਆਵਾਜ਼ ਬਹੁਤ ਹੀ ਖਤਰਨਾਕ ਲੱਗ ਰਹੀ ਸੀ ਤੇ ਉਹਨਾਂ ਦਾ ਮੂੰਹੋਂ ਬਹੁਤ ਹੀ ਬਦਬੂ ਆ ਰਹੀ ਸੀ। ਮੈਂ ਕਿਹਾ ਕਿ ਮਾਂ, ਮੈਨੂੰ ਮਾਫ ਕਰ ਦਿਓ। ਅੱਗੇ ਤੋਂ ਮੈਂ ਤੁਹਾਡੇ ਕਮਰੇ 'ਚ ਕਦੇ ਨਹੀਂ ਆਵਾਂਗੀ ਤੇ ਤੁਹਾਡੀਆਂ ਸਾਰੀਆਂ ਗੱਲਾਂ ਮੰਨਾਂਗੀ। ਮੈਂ ਬਹੁਤ ਡਰੀ ਹੋਈ ਸੀ। ਉਸ ਸਮੇਂ ਮੇਰੇ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਉਹ ਮੈਨੂੰ ਕੁਝ ਵੀ ਕਹਿੰਦੀ ਤਾਂ ਮੈਂ ਕਰ ਦਿੰਦੀ। ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ, ਮਾਫ ਕਰਦੀ ਹਾਂ, ਪਰ ਇਹ ਦੱਸ ਕਿ ਤੂੰ ਕਿਸ ਗੱਲ ਦੀ ਜਾਸੂਸੀ ਕਰਨ ਲੱਗੀ ਹੈ? ਮੇਰੀ ਸੱਸ ਨੇ ਮੈਥੋਂ ਰੋਬ ਨਾਲ ਪੁੱਛਿਆ ਤਾਂ ਮੈਂ ਰੋਣ ਲੱਗੀ ਤੇ ਕਿਹਾ ਕਿ ਕੁਝ ਨਹੀਂ ਮਾਂ ਜੀ, ਮੈਂ ਤਾਂ ਬਸ ਇੱਥੇ ਸੌਣ ਆਈ ਸੀ, ਪਲੀਜ਼ ਮੈਨੂੰ ਇੱਥੋਂ ਬਾਹਰ ਜਾਣ ਦਿਓ। ਇਸ ਤੋਂ ਪਹਿਲਾਂ ਕਿ ਮਾਂ ਜੀ ਦੁਬਾਰਾ ਮੈਨੂੰ ਕੁਝ ਕਹਿੰਦੀ, ਅਚਾਨਕ ਦਰਵਾਜ਼ਾ ਖੁੱਲਿਆ ਤੇ ਮੇਰਾ ਪਤੀ ਅੰਦਰ ਆਇਆ। ਉਸ ਨੂੰ ਦੇਖਦੇ ਹੀ ਮੈਂ ਬੇਹੋਸ਼ ਹੋ ਚੁੱਕੀ ਸੀ। ਫਿਰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਮੈਂ ਕਿੱਥੇ ਹਾਂ ਤੇ ਕਿੱਥੇ ਨਹੀਂ। ਲਗਭਗ 7 ਘੰਟੇ ਬਾਅਦ ਮੈਂ ਹੋਸ਼ 'ਚ ਆਈ ਤਾਂ ਮੇਰੇ ਕੋਲ ਮੇਰੀ ਨਨਾਣ ਤੇ ਮੇਰਾ ਪਤੀ ਬੈਠਾ ਸੀ। ਉਹਨਾਂ ਨੂੰ ਦੇਖਦੇ ਹੀ ਮੈਂ ਦੁਬਾਰਾ ਚੀਕਦੇ ਹੋਏ ਕਹਿਣ ਲੱਗੀ ਕਿ ਮੈਨੂੰ ਮਾਫ ਕਰ ਦਿਓ, ਮੈਂ ਕੁਝ ਨਹੀਂ ਜਾਣਨਾ ਚਾਹੁੰਦੀ। ਹੁਣ ਮੈਂ ਅਜਿਹਾ ਕੁਝ ਵੀ ਨਹੀਂ ਕਰਾਂਗੀ ਤੇ ਨਾ ਹੀ ਮਾਂ ਜੀ ਦੇ ਕਮਰੇ ਜਾਵਾਂਗੀ। ਮੇਰੀ ਨਨਾਣ ਮੇਰੇ ਕੋਲ ਆਈ ਤੇ ਉਸ ਨੇ ਮੈਨੂੰ ਪਾਣੀ ਪਿਆਇਆ। ਕੁਝ ਦੇਰ ਬਾਅਦ ਜਦੋਂ ਮੈਂ ਆਪਣੇ ਹੋਸ਼ 'ਚ ਆਈ ਤਾਂ ਮੈਂ ਰਿਤੇਸ਼ ਦਾ ਹੱਥ ਫੜਿਆ ਤੇ ਉਸ ਤੋਂ ਪੁੱਛਿਆ ਕਿ ਰਿਤੇਸ਼, ਤੁਹਾਨੂੰ ਮੇਰੀ ਸੌਂ, ਤੁਸੀਂ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦਿਓ ਕਿ ਇਹ ਸਭ ਕੀ ਹੋ ਰਿਹਾ ਸੀ। ਮੇਰੀ ਗੱਲ ਤੇ ਰਿਤੇਸ਼ ਕੁਝ ਦੇਰ ਤੱਕ ਚੁੱਪ ਰਿਹਾ ਤੇ ਫਿਰ ਕਹਿਣ ਲੱਗਿਆ ਕਿ ਮਾਸੀ, ਜਿਸ ਨੂੰ ਤੂੰ ਵੱਡੀ ਅੰਮਾ ਕਹਿੰਦੀ ਹੈ,
ਉਹ ਤੇ ਮੇਰੀ ਮਾਂ ਦੋਵੇਂ ਸਕੀਆਂ ਭੈਣਾਂ ਹਨ ਤੇ ਮੇਰੀ ਮਾਸੀ ਨੂੰ ਕੋਈ ਤਾਂਤਰਿਕ ਬਾਬਾ ਮਿਲ ਗਿਆ, ਜਿਸ ਕੋਲ ਰਹਿ ਕੇ ਉਹਨਾਂ ਨੇ ਥੋੜਾ ਬਹੁਤ ਕਾਲਾ ਜਾਦੂ ਸਿੱਖ ਲਿਆ। ਇਹ ਉਦੋਂ ਦੀ ਗੱਲ ਹੈ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ। ਉਹਨਾਂ ਦੇ ਘਰ ਪਤੀ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਸੀ, ਤਾਂ ਉਹ ਚੁੱਪਚਾਪ ਕਾਲਾ ਜਾਦੂ ਕਰਨ ਲੱਗੀ ਸੀ, ਜਿਸ ਕਰਕੇ ਕਦੇ ਉਹਨਾਂ ਨੇ ਕੋਈ ਔਲਾਦ ਨਹੀਂ ਹੋਈ। ਜਦੋਂ ਉਹਨਾਂ ਦੇ ਪਤੀ ਨੂੰ ਉਹਨਾਂ ਦੀਆਂ ਹਰਕਤਾਂ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਤਲਾਕ ਦੇ ਦਿੱਤਾ। ਫਿਰ ਉਹ ਇੱਥੇ ਸਾਡੇ ਘਰ ਆ ਕੇ ਰਹਿਣ ਲੱਗੀ, ਪਰ ਮੇਰੀ ਮਾਂ ਨੂੰ ਮਨਾ ਕਰ ਦਿੱਤਾ ਸੀ ਕਿ ਉਹ ਕਿਸੇ ਨੂੰ ਇਸ ਬਾਰੇ ਨਾ ਦੱਸੇ ਕਿ ਉਹ ਉਹਨਾਂ ਦੀ ਭੈਣ ਹੈ। ਉਹ 2-4 ਪਿੰਡਾਂ ਜਾਂਦੀ ਸੀ ਤੇ ਆਪਣੇ ਆਪ ਨੂੰ ਵਿਧਵਾ ਤੇ ਗਰੀਬ ਦੱਸ ਕੇ ਖਾਣ ਪੀਣ ਦਾ ਸਮਾਨ ਲਿਆਉਂਦੀ ਸੀ। ਇਸ ਤਰ੍ਹਾਂ ਕੁਝ ਔਰਤਾਂ ਉਹਨਾਂ ਕੋਲ ਆਪਣੀਆਂ ਪਰੇਸ਼ਾਨੀਆਂ ਹੱਲ ਕਰਵਾਉਣ ਲੱਗੀਆਂ, ਤਾਂ ਉਹ ਉਹਨਾਂ ਦੀਆਂ ਪਰੇਸ਼ਾਨੀਆਂ ਵੀ ਆਪਣੇ ਕਾਲੇ ਜਾਦੂ ਨਾਲ ਹੱਲ ਕਰ ਦਿੰਦੀ ਸੀ। ਇਸ ਦੌਰਾਨ ਮੈਨੂੰ ਤੂੰ ਪਸੰਦ ਆ ਗਈ, ਤਾਂ ਮੈਂ ਆਪਣੀ ਮਾਸੀ ਦੀ ਮਦਦ ਲਈ ਉਹ ਤੈਨੂੰ ਬਹਾਨੇ ਨਾਲ ਮਿੱਠਾ ਖਵਾਉਣ ਲੱਗੀ, ਜਿਸ ਤੇ ਜਾਦੂ ਕੀਤਾ ਹੁੰਦਾ ਸੀ। ਉਹੀ ਮਿੱਠਾ ਤੁਹਾਡੇ ਘਰ ਵਾਲਿਆਂ ਨੇ ਵੀ ਖਾਧਾ ਤੇ ਇਸ ਤਰ੍ਹਾਂ ਤੂੰ ਤੇ ਤੁਹਾਡੇ ਘਰ ਵਾਲੇ ਮੇਰੇ ਰਿਸ਼ਤੇ ਲਈ ਤਿਆਰ ਹੋ ਗਏ। ਇੱਧਰ ਮਾਸੀ ਨੇ ਮੈਨੂੰ ਤਸੱਲੀ ਦਿੱਤੀ ਕਿ ਮੇਰਾ ਵਿਆਹ ਤੇਰੇ ਨਾਲ ਹੀ ਹੋਵੇਗਾ, ਪਰ ਦੂਜੇ ਪਾਸੇ ਮੇਰੀ ਮਾਂ ਨੂੰ ਤੂੰ ਪਸੰਦ ਨਹੀਂ ਸੀ, ਜਿਸ ਕਰਕੇ ਉਹਨਾਂ ਨੇ ਮਾਸੀ ਨੂੰ ਮਨਾ ਕਰ ਦਿੱਤਾ। ਪਰ ਮੇਰੀ ਜ਼ਿੱਦ ਅੱਗੇ ਮੇਰੀ ਮਾਂ ਮੰਨ ਗਈ। ਫਿਰ ਉਹਨਾਂ ਨੇ ਤੈਨੂੰ ਆਪਣੇ ਵਿਆਹ ਦਾ ਉਹ ਲਹਿੰਗਾ ਦਿੱਤਾ ਤੇ ਵਾਪਸ ਉਹ ਲਹਿੰਗਾ ਮੇਰੀ ਮਾਂ ਨੂੰ ਦੇ ਦਿੱਤਾ। ਮੇਰੀ ਮਾਂ ਵੀ ਥੋੜਾ ਬਹੁਤ ਜਾਦੂ ਜਾਣਦੀ ਸੀ, ਤਾਂ ਮਾਸੀ ਦੀ ਮਦਦ ਨਾਲ ਉਹ ਤੇਰੇ ਲਹਿੰਗੇ ਤੇ ਜਾਦੂ ਕਰਨ ਲੱਗੀ, ਤਾਂ ਕਿ ਤੇਰੇ ਕਦੇ ਔਲਾਦ ਨਾ ਹੋਵੇ ਤੇ ਮੈਂ ਤੈਨੂੰ ਖੁਦ ਹੀ ਛੱਡ ਦੇਵਾਂ, ਜਾਂ ਤੂੰ ਮੇਥੋਂ ਖੁਦ ਹੀ ਤਲਾਕ ਲੈ ਵੇ। ਮਾਸੀ ਹੁਣ ਪਤਾ ਨਹੀਂ ਕਿਹੜੇ ਪਿੰਡ 'ਚ ਜਾ ਕੇ ਜਾਦੂ ਕਰ ਰਹੀ ਹੈ ਤੇ ਪਤਾ ਨਹੀਂ ਕਦੋਂ ਵਾਪਸ ਆਵੇਗੀ। ਇਸ ਲਈ ਮਾਸੀ ਨੇ ਮੇਰੀ ਮਾਂ ਨੂੰ ਉਹ ਕਾਲਾ ਦੁਪੱਟਾ ਦਿੱਤਾ ਹੋਇਆ ਹੈ, ਜਿਸ ਤੇ ਜਾਦੂ ਦਾ ਅਸਰ ਹੁੰਦਾ ਹੈ। ਮਾਂ ਰੋਜ਼ਾਨਾ ਉਸ ਦੁਪੱਟੇ ਨੂੰ ਬੰਨ ਕੇ ਤੇਰੇ ਵਿਆਹ ਵਾਲੇ ਲਹਿੰਗੇ ਤੇ ਜਾਦੂ ਕਰਦੀ ਹੈ, ਤਾਂ ਕਿ ਤੇਰੇ ਕਦੇ ਔਲਾਦ ਨਾ ਹੋਵੇ। ਇਹ ਗੱਲ ਮੈਨੂੰ ਪਤਾ ਨਹੀਂ ਸੀ। ਜਦੋਂ ਮੈਂ ਸਵੇਰੇ ਵਾਪਸ ਆਇਆ ਤਾਂ ਭੈਣ ਤੋਂ ਤੇਰੇ ਬਾਰੇ ਪੁੱਛਿਆ ਤਾਂ ਮੈਨੂੰ ਲੱਗਿਆ ਕਿ ਮਾਂ ਤੇਰੇ ਨਾਲ ਕੁਝ ਗਲਤ ਨਾ ਹੋਣ ਦੇਵੇ, ਕਿਉਂਕਿ ਉਹ ਮੇਰੇ ਵਿਆਹ ਦੇ ਖਿਲਾਫ ਸੀ। ਜਦੋਂ ਮੈਂ ਉੱਥੇ ਤੈਨੂੰ ਬੇਹੋਸ਼ ਤੇ ਮਾਂ ਦੇ ਸਾਹਮਣੇ ਹੱਥ ਜੋੜਦੇ ਦੇਖਿਆ ਤਾਂ ਸਮਝ ਗਿਆ ਕਿ ਮਾਂ ਤੇਰੇ ਤੇ ਜਾਦੂ ਕਰ ਰਹੀ ਹੈ ਤੇ ਅੱਜ ਤੋਂ ਨਹੀਂ, ਵਿਆਹ ਤੋਂ ਪਹਿਲੇ ਦਿਨ ਤੋਂ ਹੀ ਇਹ ਜਾਦੂ ਤੇਰੇ ਉੱਪਰ ਹੋ ਰਿਹਾ ਸੀ। ਇਹ ਗੱਲ ਵੀ ਮੈਨੂੰ ਮੇਰੀ ਭੈਣ ਮੀਨਾ ਨੇ ਹੀ ਦੱਸੀ ਸੀ। ਤੇਰਾ ਦਿਲ ਮੇਥੋਂ ਤੇ ਮੇਰੇ ਘਰ ਵਾਲਿਆਂ ਦੇ ਨਾਲ-ਨਾਲ ਮਾਸੀ ਵੱਲੋਂ ਇਸ ਕਰਕੇ ਹੀ ਖੱਟਾ ਹੋ ਗਿਆ ਸੀ, ਪਰ ਅੱਜ ਮੈਂ ਤੈਨੂੰ ਸਾਰਾ ਸੱਚ ਦੱਸ ਦਿੱਤਾ ਹੈ। ਹੁਣ ਤੂੰ ਚਾਹੇ ਤਾਂ ਮੇਰੇ ਨਾਲ ਰਹਿ ਸਕਦੀ ਹੈ ਤੇ ਮੈਨੂੰ ਛੱਡ ਕੇ ਵੀ ਜਾ ਸਕਦੀ ਹੈ। ਮੈਂ ਜਾਣਦਾ ਹਾਂ ਕਿ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ, ਪਰ ਮੈਂ ਤੇਰੇ ਨਾਲ ਬਹੁਤ ਪਿਆਰ ਕਰਨ ਲੱਗਿਆ ਸੀ ਤੇ ਮਜਬੂਰ ਹੋ ਗਿਆ ਸੀ। ਮੈਂ ਕੁਝ ਸਮਾਂ ਰਿਤੇਸ਼ ਨੂੰ ਬਿਨਾਂ ਅੱਖਾਂ ਝਪਕਾਏ ਦੇਖਦੀ ਰਹੀ। ਉਸ ਸਮੇਂ ਤਾਂ ਮੇਰਾ ਦਿਲ ਕਰ ਰਿਹਾ ਸੀ ਕਿ ਰਿਤੇਸ਼ ਨਾਲ ਹੀ ਰਹਾਂਗੀ, ਪਰ ਮੈਂ ਆਪਣੀ ਜ਼ਿੰਦਗੀ ਦੀ ਬੁਨਿਆਦ ਕਾਲੇ ਜਾਦੂ ਦੀ ਬਦੌਲਤ ਹਾਸਲ ਕੀਤੇ ਗਏ ਪਿਆਰ ਤੇ ਨਹੀਂ ਰੱਖ ਸਕਦੀ ਸੀ। ਰਿਤੇਸ਼ ਨੇ ਕਾਫੀ ਸੌਹਾਂ ਖਾਧੀਆਂ ਕਿ ਉਹ ਆਪਣੀ ਮਾਂ ਨੂੰ ਛੱਡ ਦੇਵੇਗਾ, ਆਪਣੀ ਮਾਸੀ ਨੂੰ ਛੱਡ ਦੇਵੇਗਾ। ਹੁਣ ਮੇਰੇ ਲਈ ਰਿਤੇਸ਼ ਉਹਨਾਂ ਨੂੰ ਛੱਡ ਵੀ ਦਿੰਦਾ, ਪਰ ਮੇਰੀ ਜ਼ਿੰਦਗੀ ਤਾਂ ਖਰਾਬ ਹੋ ਚੁੱਕੀ ਸੀ। ਮੈਂ ਉਹਨਾਂ ਨੂੰ ਛੱਡ ਕੇ ਆਪਣੇ ਘਰ ਵਾਪਸ ਆ ਗਈ। ਜਾਂਦੇ ਸਮੇਂ ਮੈਂ ਰਿਤੇਸ਼ ਦੀ ਭੈਣ ਮੀਨਾ ਤੋਂ ਪੁੱਛਿਆ ਕਿ ਤੂੰ ਇਸ ਦਲਦਲ 'ਚ ਰਹਿਣਾ ਚਾਹੁੰਦੀ ਹੈ ਤੇ ਜੇਕਰ ਨਹੀਂ ਤਾਂ ਮੇਰੇ ਨਾਲ ਚੱਲ ਸਕਦੀ ਹੈ, ਕਿਉਂਕਿ ਮੇਰੀ ਕੋਈ ਭੈਣ ਨਹੀਂ ਹੈ। ਇਸ ਲਈ ਮੈਂ ਤੇਰਾ ਭੈਣਾਂ ਵਾਂਗ ਖਿਆਲ ਰੱਖਾਂਗੀ। ਮੇਰੀ ਸੱਸ ਦੀਆਂ ਹਰਕਤਾਂ ਤੇ ਮੈਂ ਪਹਿਲਾਂ ਤੋਂ ਹੀ ਪੁਲਿਸ ਨੂੰ ਫੋਨ ਕਰ ਚੁੱਕੀ ਸੀ ਤੇ ਵੱਡੀ ਅੰਮਾ ਦੀ ਵੀ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਚੁੱਕੀ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਵੱਡੀ ਅੰਮਾ ਵਾਪਸ ਆ ਕੇ ਕੋਈ ਹੰਗਾਮਾ ਖੜਾ ਕਰੇ। ਮੀਨਾ ਮੇਰੇ ਨਾਲ ਮੇਰੇ ਘਰ ਆ ਗਈ ਤੇ ਹੁਣ ਮੇਰਾ ਰਿਤੇਸ਼ ਨਾਲੋਂ ਤਲਾਕ ਵੀ ਹੋ ਚੁੱਕਾ ਹੈ। ਇਸੇ ਦੌਰਾਨ ਮੇਰੇ ਘਰ ਵਾਲਿਆਂ ਨੇ ਮੀਨਾ ਲਈ ਇੱਕ ਚੰਗਾ ਲੜਕਾ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ ਤੇ ਉਹ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹੈ। ਮੈਨੂੰ ਵੀ ਉਮੀਦ ਹੈ ਕਿ ਮੇਰੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਖੁਸ਼ੀਆਂ ਮੇਰੀ ਉਡੀਕ ਕਰ ਰਹੀਆਂ ਹੋਣਗੀਆਂ। ਇਸੇ ਕਰਕੇ ਆਪਣੀ ਆਉਣ ਵਾਲੀ ਜ਼ਿੰਦਗੀ ਤੋਂ ਮੈਂ ਬਹੁਤ ਉਮੀਦਾਂ ਲਗਾਈ ਬੈਠੀ ਹਾਂ। ਸੋ ਦੋਸਤੋ, ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਮੈਂ ਰਿਤੇਸ਼ ਨਾਲੋਂ ਤਲਾਕ ਲੈ ਕੇ ਸਹੀ ਕੀਤਾ ਜਾਂ ਗਲਤ।